ਸਤਿ ਸ਼੍ਰੀ ਅਕਾਲ, ਨਮਸਤੇ ਜੀ ਆਇਆਂ ਨੂੰ ਬੱਚੇ। ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਮੇਰੇ ਚੈਨਲ ਪੰਜਾਬੀ ਲਰਨਿੰਗ ਵਿਦ ਮੋਹਿਤਾ ਵਿੱਚ। ਸੋ ਅੱਜ ਦੀ ਲੜੀ ਵਿੱਚ ਅਸੀਂ ਅਗਲੀ ਕਹਾਣੀ ਕਰਨ ਜਾ ਰਹੇ ਹਾਂ। ਹੈ 11ਵੀਂ ਕਲਾਸ ਦੀ ਕਹਾਣੀ ਹੈ ਖੰਭ, ਜੋ ਕਿ ਲਿਖੀ ਗਈ ਸੀ ਜਗਦੀਸ਼ ਕੌਸ਼ਲ ਜੀ ਦੀ। ਸੋ ਇਹ ਕਹਾਣੀ ਦਾ ਜਿਹੜਾ ਮੁੱਖ ਵਿਸ਼ਾ ਹੈ ਉਹ ਇਹ ਦੱਸਣਾ ਹੈ ਕਿ ਅੱਜ ਦੇ ਸਮੇਂ ਵਿੱਚ ਸਰਕਾਰੀ ਦਫ਼ਤਰਾਂ ਵਿੱਚ ਬਿਨਾਂ ਰਿਸ਼ਵਤ ਦਿੱਤੇ ਕੋਈ ਵੀ ਜਿਹੜਾ ਕੰਮ ਅੱਗੇ ਨਹੀਂ ਹੁੰਦਾ। ਤੁਹਾਡੀ ਫਾਈਲ ਜਿਹੜੀ ਅੱਗੇ ਨਹੀਂ ਜਾਂਦੀ ਹੈ, ਔਰ ਜਿੰਨੇ ਵੀ ਸਰਕਾਰੀ ਦਫ਼ਤਰਾਂ ਵਿੱਚ ਬੈਠੇ ਨੇ ਅਫਸਰ ਬਾਬੂ ਬੈਠੇ ਹਨ, ਉਹ ਜਦ ਤੱਕ ਤੁਹਾਡੇ ਕੋਲ ਰਿਸ਼ਵਤ ਨਾ ਲੈ ਲੈਣ ਉਹ ਤੁਹਾਡੀ ਫਾਈਲ ਨੇ ਤੁਹਾਡੇ ਕੰਮ ਨੂੰ ਅੱਗੇ ਨਹੀਂ ਤੋਰਦੇ। ਸੋ ਇਸ ਕਹਾਣੀ ਵਿੱਚ ਜਿਹੜਾ ਸ਼ਬਦ ਖੰਭ ਹੈ ਨਾ, ਉਹ ਰਿਸ਼ਵਤ ਵਾਸਤੇ ਵਰਤਿਆ ਗਿਆ ਹੈ ਕਿ ਖੰਭ ਦਾ ਅਰਥ ਹੀ ਹੈ ਰਿਸ਼ਵਤ। ਇਸ ਕਹਾਣੀ ਦਾ ਜਿਹੜਾ ਮੁੱਖ ਪਾਤਰ ਹੈ ਉਹ ਹੈ ਦਸੌਂਦਾ ਸਿੰਘ। ਦਸੌਂਦਾ ਸਿੰਘ ਨੇ ਕੀ ਉਸਨੂੰ ਜ਼ਿੰਦਗੀ ਦਾ ਅਨੁਭਵ ਹੋਇਆ, ਕਿਸ ਚੱਕਰ 'ਚੋਂ ਪਿਆ, ਉਸ ਕਹਾਣੀ ਨੂੰ, ਉਸ ਚੀਜ਼ ਨੂੰ, ਉਸੇ ਜੀਵਨ ਦੇ ਅਨੁਭਵ ਨੂੰ ਆਧਾਰ ਲੈ ਕੇ ਲੇਖਕ ਨੇ ਕਹਾਣੀ ਲਿਖੀ ਹੈ, ਜਿਸ ਦਾ ਕਿ ਨਾਮ ਹੈ ਖੰਭ ਹੈ। ਸੋ ਕਹਾਣੀ ਕੁਝ ਇੰਜ ਸ਼ੁਰੂ ਹੁੰਦੀ ਹੈ। ਸੋ ਕਹਾਣੀ ਦੀ ਸ਼ੁਰੂਆਤ ਇਸ ਤਰ੍ਹਾਂ ਹੈ ਕਿ ਦਸੌਂਦਾ ਸਿੰਘ, ਜੋ ਕਿ ਇਸ ਕਹਾਣੀ ਦਾ ਮੁੱਖ ਪਾਤਰ ਹੈ, ਉਸਦੇ 3 ਭਰਾ ਹਨ। ਤੇ ਦਸੌਂਦਾ ਸਿੰਘ ਦੇ ਪਿਤਾ ਦੇ ਮਰਨ ਤੋਂ ਬਾਅਦ, ਉਹਨਾਂ ਦੀ ਮ੍ਰਿਤਿੂ ਹੋਣ ਤੋਂ ਬਾਅਦ, ਉਸਦੇ 2 ਭਰਾ ਜਿਹੜੇ ਉਸਦੇ ਭਰਾਵਾਂ ਨੇ ਜਿਹੜੀ ਜ਼ਮੀਨ ਸੀ ਉਸਦਾ ਜਿਹੜਾ ਉਸਦੇ ਹਿੱਸੇ ਦੀ ਜ਼ਮੀਨ ਸੀ ਆਪਣੇ ਉਸ ਉੱਤੇ ਕਾਬੂ ਕਰ ਲਿਆ, ਉਸਨੂੰ ਜ਼ਮੀਨ ਨਹੀਂ ਦਿੱਤੀ। ਤੇ ਇਸ ਕਰਕੇ ਜਿਹੜਾ ਕਿ ਜ਼ਮੀਨ ਦੀ ਵੰਡ ਠੀਕ ਨਾ ਹੋਣ ਕਰਕੇ ਉਸਨੇ ਸੋਚਿਆ ਕਿ ਮੈਂ ਅਦਾਲਤ ਵਿੱਚ ਜਾ ਕੇ ਜਿਹੜਾ ਕਿ ਆਪਣੇ ਭਰਾਵਾਂ ਦੇ ਖਿਲਾਫ ਮੁਕੱਦਮਾ ਦਾਇਰ ਕਰਾਂ ਤੇ ਆਪਣੀ ਜਿਹੜੀ ਜ਼ਮੀਨ ਜਿਹੜੀ ਕਿ ਹਾਸਲ ਕਰਾਂ। ਯਾਨੀ ਕਿ ਉਸਦਾ ਨਾਲ ਉਸਦਾ ਪਹਿਲਾ ਧੋਖਾ ਤਾਂ ਉਸਦੇ ਭਰਾਵਾਂ ਨੇ ਕਰ ਦਿੱਤਾ, ਉਸਦੀ ਜ਼ਮੀਨ ਦਾ ਜਿਹੜਾ ਹਿੱਸਾ ਉਸਨੂੰ ਨਾ ਦਿੱਤਾ। ਸੋ ਜ਼ਮੀਨ ਦੀ ਵੰਡ ਠੀਕ ਕਰਾਉਣ ਲਈ ਮੁਕੱਦਮਾ ਜਿਹੜਾ ਕਿ ਦਾਇਰ ਕਰਨਾ ਚਾਹੁੰਦਾ ਸੀ। ਇਸ ਮੰਤਵ ਲਈ ਉਹ ਤਹਿਸੀਲਦਾਰ ਦੇ ਦਫ਼ਤਰ ਜਾਂਦਾ ਹੈ। ਤੇ ਬਾਹਰ ਤਹਿਸੀਲਦਾਰ ਦੇ ਦਫ਼ਤਰ ਜਾਂਦਾ, ਉੱਥੇ ਬਾਹਰ ਤਹਿਸੀਲਦਾਰ ਦੇ ਆਫਿਸ ਦੇ ਬਾਹਰ ਸਟੂਲ ਉੱਤੇ ਇੱਕ ਅਰਦਲੀ ਬੈਠਾ ਹੈ। ਅਰਦਲੀ ਯਾਨੀ ਕਿ ਪੀਐਨ ਚਪੜਾਸੀ ਬੈਠਾ ਹੈ। ਉਹ ਉਸਨੂੰ ਜਾ ਕੇ ਪੀਐਨ ਨੂੰ ਜਿਹੜਾ ਚਪੜਾਸੀ ਨੂੰ ਜਾ ਕੇ ਆਪਣੀ ਸਾਰੀ ਜਿਹੜੀ ਕਿ ਮੁਸ਼ਕਲ ਹੈ, ਕਿਸ ਵਾਸਤੇ ਆਇਆ, ਕਿਸ ਚੀਜ਼ ਵਾਸਤੇ ਆਇਆ, ਸਾਰਾ ਕੁਝ ਦੱਸਦਾ ਹੈ। ਤਾਂ ਉਸ ਦੀ ਗੱਲ ਬੜੀ ਧਿਆਨ ਨਾਲ ਸੁਣਦਾ ਹੈ। ਤੇ ਦਸੌਂਦਾ ਸਿੰਘ ਵਿਚਾਰਾ ਪਿੰਡ ਦਾ ਹੈ, ਬੜਾ ਭੋਲਾ ਇਨਸਾਨ ਹੈ, ਤੇ ਉਸਨੂੰ ਬੜਾ ਚੰਗਾ ਲੱਗਦਾ ਕਿ ਇਹ ਜਿਹੜਾ ਚਪੜਾਸੀ ਹੈ ਮੇਰੀ ਗੱਲ ਨੂੰ ਬੜੇ ਧਿਆਨ ਨਾਲ ਸੁਣਦਾ। ਪਰ ਉਸਨੂੰ ਨਹੀਂ ਪਤਾ ਕਿ ਚਪੜਾਸੀ ਉਸਦੀ ਪ੍ਰੋਬਲਮ ਵਿੱਚ, ਉਸਦੀ ਮੁਸ਼ਕਲ ਵਿੱਚ ਇਹਨਾਂ ਜਿਹੜਾ ਰੁਚੀ ਕਿਉਂ ਲੈ ਰਿਹਾ ਹੈ। ਸੋ ਉਸਨੂੰ ਆਪਣਾ ਸਾਰਾ ਜਦੋਂ ਦੁੱਖ ਦੱਸਦਾ ਹੈ ਤਾਂ ਉਸਨੂੰ ਚਪੜਾਸੀ ਕਹਿੰਦਾ ਹੈ ਕਿ ਤੈਨੂੰ ਪਤਾ ਹੈ ਇੱਥੋਂ ਦੀ ਰਵਾਇਤ ਕੀ ਹੈ, ਕਿਸ ਤਰ੍ਹਾਂ ਤੇਰੀ ਫਾਈਲ ਅੱਗੇ ਜਾਏਗੀ, ਅੱਗੇ ਗੱਲ ਕਿਵੇਂ ਚੱਲੇਗੀ। ਤਾਂ ਉਹ ਕਹਿੰਦਾ ਹੈ ਕਿ ਮੈਨੂੰ ਨਹੀਂ ਪਤਾ, ਤੁਸੀਂ ਦੱਸ ਦਿਓ। ਤੇ ਉਹ ਚਪੜਾਸੀ ਕਹਿੰਦਾ ਹੈ ਕਿ ਤੁਹਾਨੂੰ ਇੱਥੇ ਸੇਵਾ ਕਰਨੀ ਪਏਗੀ। ਹੁਣ ਉਸਨੂੰ ਸੇਵਾ ਤੋਂ ਨਹੀਂ ਪਤਾ ਕੀ ਭਾਵ ਹੈ, ਅਸਲੀ ਸੇਵਾ ਤੋਂ ਕੀ ਭਾਵ ਹੈ। ਉਹ ਤਾਂ ਜਿਸ ਤਰ੍ਹਾਂ ਸੇਵਾ ਸਮਝਦਾ ਕਿ ਮੈਂ ਤੁਹਾਡੀ ਸੇਵਾ ਕਰ ਦਾਂਗਾ, ਪਰ ਉਸਨੇ ਨਹੀਂ ਪਤਾ ਕਿ ਇੱਥੇ ਚਪੜਾਸੀ ਦਾ ਸੇਵਾ ਤੋਂ ਭਾਵ ਕੀ ਹੈ, ਰਿਸ਼ਵਤ ਦੇਣੀ। ਸੋ ਚਪੜਾਸੀ ਦੇ ਕਹਿਣ ਤੇ ਉਹ ਉਸਨੂੰ ਉਸਦੀ ਸੇਵਾ 5 ਰੁਪਏ ਦੇ ਕੇ ਕਰਦਾ ਹੈ ਕਿ ਚਪੜਾਸੀ ਨੂੰ ਕਹਿ ਦਿੰਦਾ ਕਿ ਉਸਦੀ ਫੀਸ ਜਿਹੜੀ ਕਿ 5 ਰੁਪਏ ਹੈ। ਸੋ ਉਸ ਤੋਂ 5 ਰੁਪਏ ਲੈ ਕੇ ਉਹ ਜਿਹੜਾ ਚਪੜਾਸੀ ਹੈ ਦਸੌਂਦਾ ਸਿੰਘ ਨੂੰ ਦਫ਼ਤਰ ਦੇ ਅੰਦਰ ਲੈ ਕੇ ਜਾਂਦਾ ਹੈ। ਦਫ਼ਤਰ ਦੇ ਅੰਦਰ ਜਾ ਕੇ ਵੇਖਦਾ ਕਿ ਉੱਥੇ ਹੋਰ ਵੀ ਜ਼ਿਮੀਂਦਾਰ ਖੜੇ ਨੇ, ਹੋਰ ਵੀ ਕਿਸਾਨ ਲੋਕ ਖੜੇ ਹਨ, ਕਿਸਾਨ ਭਾਈ ਖੜੇ ਹਨ। ਤੇ ਉੱਥੇ ਇੱਕ ਸਰਕਾਰੀ ਬਾਬੂ ਜਾਂ ਕਲਰਕ ਜਿਹੜਾ ਕਿ ਉਹ ਬੈਠਾ ਹੈ ਕੰਮ ਕਰਨ ਵਾਸਤੇ। ਤਾਂ ਜਿਹੜਾ ਚਪੜਾਸੀ ਹੈ ਦਸੌਂਦਾ ਸਿੰਘ ਨੂੰ ਉਸ ਸਰਕਾਰੀ ਬਾਬੂ ਦੇ ਕੋਲ ਅੱਗੇ ਲੈ ਕੇ ਜਾਂਦਾ ਹੈ। ਉਸਦੀ ਸਾਰੀ ਜਿਹੜੀ ਕਿ ਪ੍ਰੋਬਲਮ ਹੈ, ਉਸਨੂੰ ਜਿਹੜੀ ਵੀ ਮੁਸ਼ਕਲ ਆ ਰਹੀ ਉਸਨੂੰ ਦੱਸਦਾ ਹੈ। ਤਾਂ ਬਾਬੂ ਪੀਐਨ ਨੂੰ ਜਾਂ ਚਪੜਾਸੀ ਨੂੰ ਪੁੱਛਦਾ ਹੈ ਕਿ ਤੂੰ ਇਹਨੂੰ ਇੱਥੋਂ ਦਾ ਸਿਸਟਮ ਦੱਸਦਾ ਹੈ ਕਿ ਕਿਵੇਂ ਚੱਲਦਾ ਹੈ। ਤੇ ਉਹ ਕਹਿੰਦਾ ਕਿ ਹਾਂ ਮੈਂ ਸਾਰਾ ਦੱਸਦਾ ਕਿ ਤੇ ਸੇਵਾ ਕੀਤੇ ਬਿਨਾਂ ਜਿਹੜਾ ਕਿ ਅੱਗੇ ਕੰਮ ਨਹੀਂ ਹੁੰਦਾ ਹੈ। ਸੋ ਉਸਨੂੰ ਜਿਹੜਾ ਬਾਬੂ ਹੈ ਉਹ ਕਹਿੰਦਾ ਕਿ ਤੂੰ ਬਾਹਰ ਇੰਤਜ਼ਾਰ ਕਰ, ਤੈਨੂੰ ਅਸੀਂ ਅੰਦਰ ਬੁਲਾਉਂਦੇ ਹਾਂ। ਤਾਂ ਉਸਦੀ ਉਹ ਸਾਰੀ ਫਾਈਲ ਪੜ੍ਹਦਾ ਹੈ ਤੇ ਜਿਹੜਾ ਬਾਬੂ ਅੰਦਰ ਬੈਠ ਕੇ ਫਾਈਲ ਪੜ੍ਹਦਾ ਤੇ ਬਾਹਰ ਚਪੜਾਸੀ ਉਸਨੂੰ ਕਹਿੰਦਾ ਹੈ ਕਿ ਤੈਨੂੰ ਬਾਬੂ ਦੀ ਵੀ ਸੇਵਾ ਕਰਨੀ ਪਏਗੀ। ਉਹ ਫਿਰ ਪੁੱਛਦਾ ਕਿ ਕਿਸ ਤਰ੍ਹਾਂ ਸੇਵਾ ਕਰਨੀ ਹੈ। ਤੇ ਉਹ ਕਹਿੰਦਾ ਕਿ ਇਸ ਤਰ੍ਹਾਂ ਮੇਰੀ ਤੂੰ 5 ਰੁਪਏ ਫੀਸ ਦਿੱਤੀ, ਸੇਵਾ ਰਿਸ਼ਵਤ ਦਿੱਤੀ, ਉਸ ਤਰ੍ਹਾਂ ਬਾਬੂ ਦੀ ਜਿਹੜੀ ਕੀ ਹੈ 10 ਰੁਪਏ ਜਿਹੜੀ ਕਿ ਤੈਨੂੰ ਉਹਦੀ ਦੇਣੀ ਪਏਗੀ ਰਿਸ਼ਵਤ। ਤਾਂ ਉਹ ਵਿਚਾਰਾ 10 ਰੁਪਏ ਵੀ ਦੇ ਦਿੰਦਾ ਹੈ। ਤੇ ਉਸਨੂੰ ਘੰਟੇ ਬਾਅਦ ਜਦੋਂ ਬਾਬੂ ਅੰਦਰ ਬੁਲਾਉਂਦਾ ਹੈ ਤੇ ਉਸਨੂੰ ਦਸੌਂਦਾ ਸਿੰਘ ਦੀ ਫਾਈਲ ਪੜ੍ਹ ਕੇ ਕਹਿੰਦਾ ਹੈ ਕਿ ਜਿਹੜਾ ਤੂੰ ਇਹ ਕਾਗਜ਼ ਲੈ ਕੇ ਆਇਆ ਹੈ, ਜਿਹੜਾ ਕਿ ਪਿੰਡ ਦੇ ਜਿਹੜਾ ਪਟਵਾਰੀ ਕੋਲ, ਪਟਵਾਰੀ ਹੁੰਦਾ ਜਿਸ ਕੋਲ ਸਾਰਾ ਜ਼ਮੀਨ ਦਾ ਸਾਰਾ ਹਿਸਾਬ ਕਿਤਾਬ ਹੁੰਦਾ ਕਿ ਕਿੰਨੀ ਜ਼ਮੀਨ ਕਿਹਦੇ ਹਿੱਸੇ ਆਉਂਦੀ, ਕਿੰਨੀ ਕਿੱਥੋਂ ਤੱਕ ਦੀ, ਕਿੱਥੋਂ ਹੱਦ ਤੱਕ ਕਿਸ ਦੀ ਜ਼ਮੀਨ ਹੈ, ਸਾਰਾ ਉਸ ਕੋਲ ਲੇਖਾ ਜੋਖਾ ਹੁੰਦਾ ਹੈ। ਤੇ ਉਸਨੂੰ ਕਹਿੰਦਾ ਕਿ ਤੂੰ ਇਹ ਨਕਲ ਲੈ ਕੇ ਆਇਆ ਹੈ, ਮਤਲਬ ਨਕਲੀ ਡੁਪਲੀਕੇਟ ਕਾਪੀ ਲੈ ਕੇ ਆਇਆ ਹੈ, ਜਿਸ ਤਰ੍ਹਾਂ ਕਿ ਅਸਲੀ ਕਾਗਜ਼ ਨਹੀਂ, ਅਸਲੀ ਕਾਪੀ ਨਹੀਂ ਗੀ। ਤੇ ਉਸਨੂੰ ਕਹਿੰਦਾ ਕਿ ਤੂੰ ਚਪੜਾਸੀ ਕੋਲ ਪਹਿਲਾਂ ਪੱਕੀ ਕਾਗਜ਼ ਉੱਤੇ ਪੱਕਾ ਨੰਬਰ ਪਵਾ ਕੇ ਲਿਆ, ਫਿਰ ਤੇਰੀ ਜਿਹੜੀ ਕੀ ਹੈ ਫਾਈਲ ਨੂੰ ਅਸੀਂ ਅੱਗੇ ਤੋਰਾਂਗੇ। ਸੋ ਜਿਹੜਾ ਦਸੌਂਦਾ ਸਿੰਘ ਹੈ ਉਹ ਫਾਈਲ ਜੀ ਲੈ ਕੇ, ਕਾਗਜ਼ ਲੈ ਕੇ ਆਪਣੇ ਪਿੰਡ ਚਲ ਜਾਂਦਾ ਤੇ ਪਿੰਡ ਜਾ ਕੇ ਉਹ ਸਰਪੰਚ ਦੇ ਕੋਲ ਜਾਂਦਾ ਤੇ ਸਰਪੰਚ ਕੋਲ ਜਾ ਕੇ ਉਸਨੂੰ ਜਿਹੜਾ ਕਿ ਪਤਾ ਲੱਗਦਾ ਹੈ ਕਿ ਜਿਹੜਾ ਪਿੰਡ ਦਾ ਪਟਵਾਰੀ ਉਸਨੇ ਉਸਨੂੰ ਜਿਹੜੀ ਕਿ ਨਕਲੀ ਪਰਚੀ ਜਾਂ ਜਿਹੜਾ ਕਿ ਡੁਪਲੀਕੇਟ ਕਾਪੀ ਉਸ ਲਈ ਦਿੱਤੀ ਸੀ ਕਿਉਂਕਿ ਪਟਵਾਰੀ ਨੂੰ ਵੀ ਇਸਨੇ ਵਿਚਾਰੇ ਨੇ ਖੰਭ ਨਹੀਂ ਸੀ ਦਿੱਤੇ। ਖੰਭ ਯਾਨੀ ਕਿ ਇਸਨੇ ਪਟਵਾਰੀ ਨੂੰ ਕੋਈ ਰਿਸ਼ਵਤ ਨਹੀਂ ਸੀ ਦਿੱਤੀ, ਇਸ ਕਰਕੇ ਪਟਵਾਰੀ ਨੇ ਵੀ ਉਸਨੂੰ ਜਿਹੜਾ ਕਿ ਪੱਕਾ ਕੰਮ ਨਹੀਂ ਦਿੱਤਾ ਸੀ। ਹੁਣ ਦਸੌਂਦਾ ਸਿੰਘ ਨੂੰ ਚੰਗੀ ਤਰ੍ਹਾਂ ਸਮਝ ਆ ਗਈ ਸੀ ਕਿ ਕੋਈ ਵੀ ਕੰਮ ਕਰਾਉਣ ਤੋਂ ਪਹਿਲਾਂ ਉਸਨੂੰ ਜਿਹੜਾ ਕਿ ਖੰਭ ਲਾਉਣੇ ਪੈਣਗੇ, ਰਿਸ਼ਵਤ ਜਿਹੜੇ ਕਿ ਲਾਉਣੇ ਪੈਣਗੇ। ਸੋ ਕੋਈ ਕਰਦਾ ਕਰਾਉਂਦਾ ਉਸਨੂੰ 21ਵੇਂ ਦਿਨ 21st ਡੇ 21ਵੇਂ ਦਿਨ ਜਾ ਕੇ ਉਹ ਪਿੰਡ ਦੇ ਪਟਵਾਰੀ ਕੋਲ ਜਿਹੜੀ ਕਿ ਉਹ ਕਾਗਜ਼ ਲੈਣ ਵਿੱਚ ਸਫਲ ਹੋ ਜਾਂਦਾ ਹੈ। ਉਹ ਸਫਲ ਜਿਹੜੀ ਕਿ ਕਾਗਜ਼ ਲੈ ਕੇ ਉਹ ਫਿਰ
ਉਸੇ ਦਫ਼ਤਰ ਜਾਂਦਾ ਹੈ, ਉਸ ਬਾਬੂ ਕੋਲ ਜਾਂਦਾ ਹੈ। ਉਹ ਉਸਕੋ ਸਾਰੇ ਕਾਗਜ਼ ਉਹਦੇ ਕੋਲੋਂ ਵੀ ਫਾਈਲ ਉਹਦੀ ਪੂਰੀ ਕੰਪਲੀਟ ਹੋ ਜਾਂਦੀ ਹੈ, ਪੂਰੀ ਕਰ ਦਿੱਤੀ ਜਾਂਦੀ ਹੈ। ਤੇ ਉਹ ਅਗਲੇ ਦਿਨ ਜਿਹੜਾ ਕੀ ਹੈ ਅਦਾਲਤ ਵਿੱਚ ਜਾ ਕੇ ਆਪਣੇ ਭਰਾਵਾਂ ਦੇ ਖਿਲਾਫ ਜਿਹੜਾ ਕਿ ਕੇਸ ਜਿਹੜਾ ਦਾਇਰ ਕਰ ਦਿੰਦਾ ਹੈ। ਉਸ ਦਸੌਂਦਾ ਸਿੰਘ ਦੀ ਸੋਚ ਸੀ ਕਿ ਚਲੋ ਹੁਣ ਜਿੰਨਾ ਮੈਂ 15-20 ਦਿਨ ਜਾਂ 25 ਦਿਨ ਜਿੰਨਾ ਵੀ ਮੈਂ ਖੱਜਲ ਖੁਆਰ ਹੋਇਆ, ਇੱਧਰ ਉੱਧਰ ਗਿਆ, ਉਹ ਹੁਣ ਹੋ ਚੁੱਕਾ। ਹੁਣ ਉਸਨੂੰ ਲੱਗਦਾ, ਉਹ ਸੋਚਦਾ ਸੀ ਕਿ ਅਦਾਲਤ ਵਿੱਚ ਜਿਉਂ ਹੀ ਕੇਸ ਜਾਏਗਾ ਤਿਉਂ ਹੀ ਜਿਹੜਾ ਕੀ ਹੈ ਉਸ ਦੀ ਕੇਸ ਅੱਗੇ ਚੱਲ ਪਏਗਾ ਔਰ ਉਸਦਾ ਜਿਹੜਾ ਕਿ ਉਸਨੂੰ ਜ਼ਮੀਨ ਜਿਹੜੀ ਕਿ ਉਸਨੂੰ ਮਿਲ ਜੇਗੀ। ਪਰ ਉਸਨੂੰ ਇਹ ਨਹੀਂ ਪਤਾ ਸੀ ਕਿ ਐਡਾ ਆਸਾਨ ਕੰਮ ਜਿਹੜਾ ਨਹੀਂ ਹੈ। ਸੋ ਜਿਹੜਾ ਉਹ ਕਾਗਜ਼ ਉਹਨੇ ਜਦੋਂ ਕਾਗਜ਼ ਲੈ ਕੇ ਅਦਾਲਤ ਵਿੱਚ ਜਾ ਕੇ ਕੇਸ ਲਾਇਆ, ਫਿਰ ਵਕੀਲ, ਅਰਜੀ ਲਗਾਣੀ, ਰੀਡਰਾਂ ਕੋ ਚਪੜਾਸੀਆਂ ਨਾਲ ਉਸਦਾ ਬਾਪ, ਉਸਨੂੰ ਇਹ ਪਤਾ ਲੱਗਦਾ ਰਿਹਾ ਕਿ ਹਰ ਜਗ੍ਹਾ ਕਾਗਜ਼ਾਂ ਨੂੰ ਖੰਭ ਲਾਉਣੇ ਹੀ ਪੈਣੇ ਹੈ। ਉਹ ਕਾਗਜ਼ਾਂ ਨੂੰ ਵਿਚਾਰਾ ਖੰਭ ਲਾਉਂਦਾ ਗਿਆ ਤੇ ਉਸਦੇ ਕਾਗਜ਼ ਅੱਗੇ ਤੋਂ ਅੱਗੇ ਜਿਹੜੇ ਕਿ ਵੱਧਦੇ ਗਏ। ਪਿੰਡ ਦੇ ਲੋਕਾਂ ਵਿੱਚ ਵੀ ਉਸਦੀ ਸੂਝ-ਬੂਝ ਦੀ ਬੜੀ ਚਰਚਾ ਹੋਣ ਲੱਗੀ, ਕਿਉਂਕਿ ਅੱਜ ਤੱਕ ਪਿੰਡ ਵਿੱਚ ਕਿਸੇ ਨੇ ਕਿਸੇ ਦੇ ਖਿਲਾਫ ਕੋਈ ਕੇਸ ਨਹੀਂ ਕੀਤਾ ਸੀ। ਸਾਰੇ ਪਿੰਡ ਦੇ ਲੋਕ ਉਸਨੂੰ ਬੜਾ ਸਿਆਣਾ ਸਮਝਣ ਲੱਗ ਪਏ ਕਿ ਇਹ ਵਿਚਾਰਾ ਬੜਾ ਸਿਆਣਾ ਹੈ, ਇਹ ਕੋਰਟ ਤੱਕ ਪਹੁੰਚ ਗਿਆ, ਕਚਹਿਰੀਆਂ ਤੱਕ ਪਹੁੰਚ ਗਿਆ, ਆਪਣੇ ਭਰਾਵਾਂ ਦੇ ਖਿਲਾਫ ਜਿਹੜਾ ਕੇਸ ਦਾਇਰ ਕਰਨ ਵਿੱਚ ਇਹ ਸਫਲ ਹੋ ਗਿਆ। ਉਸਨੂੰ ਪਿੰਡ ਦੇ ਲੋਕ ਉਸਨੂੰ ਬੜਾ ਜਿਹੜਾ ਕਿ ਸਿਆਣਾ ਸਮਝਦੇ ਪਏ ਸੀ। ਉਸ ਵਿਚਾਰੇ ਦਸੌਂਦਾ ਸਿੰਘ ਨੇ ਸੋਚਿਆ ਸੀ ਕਿ 2-4 ਦਿਨਾਂ ਵਿੱਚ ਉਸਨੂੰ ਜਿਹੜਾ ਕਿ ਉਸਦੇ ਕੇਸ ਦਾ ਜਿਹੜਾ ਉਹਨੇ ਕੇਸ ਪਾਇਆ ਉਸਦਾ ਨਤੀਜਾ ਆ ਜਾਏਗਾ, ਉਸਦੇ ਹੱਕ ਦਾ ਹੋ ਜਾਏਗਾ। ਪਰ ਉਸਨੂੰ ਨਹੀਂ ਪਤਾ ਸੀ ਕਿ ਇਸ ਵਿੱਚ ਕਿੰਨਾ ਸਮਾਂ ਲੱਗੇਗਾ। ਸੋ ਕਰਦੇ ਕਰਾਉਂਦੇ 4 ਸਾਲ ਜਿਹੜੇ ਕਿ ਬੀਤ ਜਾਂਦੇ ਹਨ। ਜਿਹੜਾ ਦਸੌਂਦਾ ਸਿੰਘ ਹੈ ਉਸ ਤੋਂ ਉਹਦੇ ਕੋਲ 27 ਬਿੱਗੇ ਜਿਹੜੀ ਕਿ ਜ਼ਮੀਨ ਹੈਗੀ ਸੀ, ਉਹਦੇ ਵਿੱਚੋਂ 5 ਬਿੱਗੇ ਜਿਹੜੀ ਕਿ ਉਹਦੀ ਗਹਿਣੇ ਪੈ ਗਈ, ਉਹਨੂੰ ਗਿਰਵੀ ਰੱਖਣੀ ਪਈ, ਕਿਉਂਕਿ ਉਸਨੂੰ ਕੋਰਟ ਦੇ ਜਿਹੜੇ ਜਿਹੜੇ ਫੀਸਾਂ ਸੀ, ਜਿਹੜੇ ਖੰਭ ਲਾਉਣੇ ਸੀ, ਉਸਨੂੰ ਬਹੁਤ ਜ਼ਿਆਦਾ ਭਾਰੀ ਪੈ ਰਹੇ ਸਨ। ਜਿਹੜੀ ਬਾਕੀ ਵੀ ਉਹਦੀ ਜ਼ਮੀਨ ਸੀ 27 ਬਿੱਗਿਆਂ 'ਚ ਉਹਨੇ 5 ਬਿੱਗੇ ਜਿਹੜੇ ਕਿ ਗਹਿਣੇ ਪਾ ਦਿੱਤੇ, ਗਿਰਵੀ ਰੱਖ ਦਿੱਤੀ। ਜਿਹੜੀ ਬਾਕੀ ਬਚੀ ਉਹ ਵੀ ਉਸਨੇ ਜਿਹੜੇ ਕਿ ਉੱਥੇ ਮਜ਼ਦੂਰ ਕੰਮ ਕਰਨ ਵਾਲੇ ਜਿਹੜੇ ਪਾਲੀ ਹੁੰਦੀ ਉਹਨਾਂ ਦੇ ਸਿਰੇ ਛੱਡਣੀ ਪਈ, ਜਿਸ ਕਰਕੇ ਉਸਦੀ ਜ਼ਮੀਨ ਦੀ ਪੈਦਾਵਾਰ ਵੀ ਜਿਹੜੀ ਘੱਟ ਹੋ ਰਹੀ ਸੀ, ਕਿਉਂਕਿ ਵਿਚਾਰਾ ਸਿਰਫ ਕੋਰਟ ਕਚਹਿਰੀਆਂ ਦੇ ਚੱਕਰ ਹੀ ਲਾਈ ਜਾ ਰਿਹਾ ਸੀ। ਉਸਦੇ ਆਪਣੇ ਘਰ ਵੱਲ ਜਿਹੜਾ ਕਿ ਧਿਆਨ ਨਹੀਂ ਦਿੱਤਾ ਜਾ ਰਿਹਾ ਸੀ। ਸੋ ਇਸ ਕਰਕੇ ਵਿਚਾਰੇ ਦੀ ਸਿਹਤ ਵੀ ਜਿਹੜੀ ਕਿ ਬਹੁਤ ਖਰਾਬ ਹੋਣ ਲੱਗੀ, ਦਿਨ ਉਹ ਬਿਮਾਰ ਹੋਣ ਲੱਗ ਪਿਆ। ਤੇ ਇੱਕ ਦਿਨ ਉਹ ਕਚਹਿਰੀ ਹੁੰਦਾ ਹੋਇਆ ਡਾਕਟਰ ਕੋ ਕਿਸੇ ਕੋ ਦਿਖਾ ਕੇ ਆਇਆ, ਤੇ ਉਸ ਡਾਕਟਰ ਨੇ ਕਿਹਾ ਕਿ ਤੂੰ ਸ਼ਹਿਰ ਦੇ ਕਿਸੇ ਵੱਡੇ ਹਸਪਤਾਲ ਵਿੱਚ ਜਾ ਕੇ ਵਿਖਾ। ਤਾਂ ਉਸਨੇ ਸੋਚਿਆ ਕਿ ਮੈਂ ਕਿਸ ਤਰ੍ਹਾਂ ਜਾਵਾਂ, ਕਿਉਂਕਿ ਉੱਥੇ ਜਾ ਕੇ ਉਸਨੂੰ ਲੱਗਾ ਕਿ ਖੰਭ ਲਾਉਣੇ ਪੈਣੇ। ਉਹਨੂੰ ਇਹ ਪਤਾ ਲੱਗ ਗਿਆ ਸੀ ਕਿ ਖੰਭ ਲਾਏ ਬਿਨਾਂ ਕੋਈ ਕੰਮ ਹੀ ਨਹੀਂ ਹੁੰਦਾ। ਫਿਰ ਉਸਨੂੰ ਯਾਦ ਆਉਂਦਾ ਕਿ ਉਹਨਾਂ ਦੇ ਪਿੰਡ ਦਾ ਇੱਕ ਪੰਡਿਤ ਹੈ, ਸੀਤਾਰਾਮ, ਉਸਦਾ ਜਿਹੜਾ ਮੁੰਡਾ ਹੈ ਪਟਿਆਲੇ ਹਸਪਤਾਲ ਵਿੱਚ ਲੱਗਾ ਹੋਇਆ ਹੈ। ਤਾਂ ਉਸ ਪੰਡਿਤ ਕੋ ਜਾਂਦਾ ਹੈ। ਉਹ ਪੰਡਿਤ ਜਿਹੜਾ ਕਿ ਉਸਦੀ ਮਦਦ ਕਰਦਾ ਹੈ। ਪੰਡਿਤ ਆਪਣੇ ਪੁੱਤਰ ਦੇ ਨਾਮ ਇੱਕ ਚਿੱਠੀ ਲਿਖ ਦਿੰਦਾ ਹੈ ਕਿ ਮੇਰੇ ਪਿੰਡ ਦਾ ਇਹ ਵਿਅਕਤੀ ਦਸੌਂਦਾ ਸਿੰਘ ਤੇਰੇ ਕੋਲ ਹਸਪਤਾਲ ਸ਼ਹਿਰ ਪਟਿਆਲੇ ਆ ਰਿਹਾ, ਤੂੰ ਇਸ ਦੀ ਜਿੰਨੀ ਹੋ ਸਕੇਗਾ ਮਦਦ ਕਰਦੀ। ਸੋ ਚਿੱਠੀ ਲੈ ਕੇ ਜਿਹੜਾ ਇਹ ਦਸੌਂਦਾ ਸਿੰਘ ਹੈ ਪਟਿਆਲੇ ਚਲਾ ਜਾਂਦਾ ਹੈ। ਉਸਦੇ ਪੰਡਿਤ ਸੀਤਾਰਾਮ ਦੇ ਮੁੰਡੇ ਨੂੰ ਜਾ ਕੇ ਮਿਲਦਾ ਹੈ। ਪੰਡਿਤ ਸੀਤਾਰਾਮ ਦਾ ਮੁੰਡਾ ਕਿ ਜਿਹੜਾ ਪੜ੍ਹਿਆ ਲਿਖਿਆ ਸਮਝਦਾਰ ਹੈ, ਉਹ ਇਸ ਨੂੰ ਆਪ ਨਾਲ ਲਿਜਾ ਕੇ ਦਸੌਂਦਾ ਸਿੰਘ ਨੂੰ ਆਪ ਲਿਜਾ ਕੇ ਸਾਰੇ ਡਾਕਟਰਾਂ ਕੋਲ ਵਿਖਾਉਂਦਾ, ਜਿੰਨੇ ਵੀ ਤੇ ਜਿਹੜੇ ਟੈਸਟ ਹੋਣੇ ਹਨ, ਬਲੱਡ ਟੈਸਟ ਹੋਣੇ, ਜੋ ਵੀ ਹੋਰ ਟੈਸਟ ਹੈ, ਸਾਰੇ ਟੈਸਟ ਵੀ ਕਰਵਾ ਦਿੰਦਾ। ਜਿਸ ਵੀ ਡਾਕਟਰ ਕੋ ਥੋੜਾ ਜਿਹਾ ਵੀ ਦੇਰ ਲੱਗਦੀ, ਇਹ ਥੋੜਾ ਜਿਹਾ ਵੀ ਉੱਥੇ ਰਸ਼ ਹੁੰਦਾ, ਦੇਰ ਲੱਗਦੀ, ਨਾਲ ਹੀ ਦਸੌਂਦਾ ਸਿੰਘ ਉਸਨੂੰ ਕਹਿ ਦਿੰਦਾ ਕਿ ਇੱਥੇ ਤੂੰ ਖੰਭ ਲਾ। ਤਾਂ ਉਹ ਲੜਕੇ ਨੂੰ ਵੀ ਸਮਝ ਨਹੀਂ ਆ ਰਹੀ ਕਿ ਕਿਹੜੇ ਖੰਭ ਲਾਉਣ ਦੀ ਗੱਲ ਕਰੇ, ਕਿਉਂਕਿ ਉਸਨੂੰ ਪਤਾ ਤੇ ਸਿਸਟਮ ਦੇ ਨਾਲ ਜਿਹੜਾ ਤਰੀਕੇ ਨਾਲ ਕੰਮ ਹੋ ਜਾਏਗਾ। ਸੋ ਉਸ ਲੜਕੇ ਨੇ ਉਸ ਦੀ ਗੱਲ ਵੱਲ ਧਿਆਨ ਨਾ ਦਿੱਤਾ, ਜਦਕਿ ਉਸਦੇ ਸਾਰੇ ਜਿਹੜੇ ਉਸਨੇ ਟੈਸਟ ਕਰਾ ਦਿੱਤੇ। ਤੇ ਜਦੋਂ ਸਾਰੇ ਟੈਸਟ ਹੋ ਗਏ ਤਾਂ ਉਸ ਲੜਕੇ ਨੇ ਇਸ ਨੂੰ ਦਸੌਂਦਾ ਸਿੰਘ ਨੂੰ ਕਿਹਾ ਕਿ ਤੂੰ 2 ਦਿਨ ਬਾਅਦ ਆ ਜੀ, ਆਪਣੇ ਟੈਸਟਾਂ ਦੀ ਰਿਪੋਰਟ ਜਿਹੜੀ ਕਿ ਸਾਰੀ ਪਤਾ ਲੱਗ ਜਾਏ ਕਿ ਕੀ ਆਇਆ, ਨਤੀਜਾ ਕੀ ਆਇਆ, ਔਰ ਨਾਲ ਡਾਕਟਰਾਂ ਕੋਲ ਦਵਾਈ ਵੀ ਜਿਹੜੀ ਲਿਖਾ ਦਿੱਤੀ ਜਾਏਗੀ। ਤਾਂ ਉਹ ਜਿਹੜਾ ਦਸੌਂਦਾ ਸਿੰਘ ਹੈ ਉਹ ਕਹਿੰਦਾ ਕਿ ਲੜਕੇ ਤੋਂ ਉੱਤੇ ਨਾਰਾਜ਼ ਹੋ ਕੇ ਕਹਿੰਦਾ ਕਿ ਤੈਨੂੰ ਅੱਜ ਦੇ ਸਿਸਟਮ ਦਾ ਨਹੀਂ ਪਤਾ, ਤੈਨੂੰ ਇਹ ਨਹੀਂ ਪਤਾ ਅੱਜ ਕੱਲ੍ਹ ਕੰਮ ਕਿਸ ਤਰ੍ਹਾਂ ਹੁੰਦਾ ਹੈ, ਤੂੰ ਕਾਗਜ਼ਾਂ ਨੂੰ ਖੰਭ ਨਹੀਂ ਨਾ ਲਾਏ, ਇਸ ਕਰਕੇ ਜਿਹੜੀ ਕਿ ਤੈਨੂੰ ਰਿਪੋਰਟ ਨਹੀਂ ਮਿਲੀ, ਨਹੀਂ ਤੇ ਰਿਪੋਰਟ ਜਿਹੜੀ ਕਿ ਨਾਲੋਂ ਨਾਲ ਹੀ ਮਿਲ ਜਾਣੀ ਸੀ। ਲੜਕਾ ਹੈਰਾਨ ਹੋ ਕੇ ਕਹਿੰਦਾ ਹੈ ਕਿ ਕਿਹੜੇ ਖੰਭ। ਜਦੋਂ ਲੜਕਾ ਇੰਜ ਗੱਲ ਪੁੱਛਦਾ ਹੈ ਕਿ ਕਿਹੜੇ ਖੰਭ, ਤਾਂ ਦਸੌਂਦਾ ਸਿੰਘ ਬੜਾ ਖੁਸ਼ ਹੁੰਦਾ ਹੈ ਕਿ ਇਹਨੂੰ ਨਹੀਂ ਪਤਾ ਖੰਭ ਕਿਹੜੇ ਔਰ ਮੈਨੂੰ ਪਤਾ ਹੈ ਕਿ ਖੰਭ ਕਿਹੜੇ। ਉਸਨੂੰ ਲੱਗਦਾ ਹੈ ਕਿ ਮੈਂ ਜ਼ਿਆਦਾ ਸਮਝਦਾਰ ਹਾਂ। ਤੇ ਉਹ ਉਸਨੂੰ ਕਹਿੰਦਾ ਹੈ, ਦਸੌਂਦਾ ਸਿੰਘ ਉਸਨੂੰ ਕਹਿੰਦਾ ਕਿ ਜਿਹੜੇ ਤੂੰ ਡਾਕਟਰ ਕੋਲ ਵੀ ਲੈ ਕੇ ਗਿਆ ਨਾ, ਉਹਨਾਂ ਨੂੰ ਕਿਹਾ ਸੀ ਤੁਹਾਡੀ ਸੇਵਾ ਕਰਾਂਗੇ। ਉਹ ਲੜਕਾ ਫਿਰ ਆਉਂਦਾ ਕਿ ਕਿਹੜੀ ਸੇਵਾ ਕਰਨਾ, ਤਾਂ ਉਹੀ ਕਹਿੰਦਾ ਕਿ ਰਿਸ਼ਵਤ ਜਿਹੜੀ ਦੇਵਾਂਗੇ, ਸੇਵਾ ਕਰਾਂਗੇ, ਤਾਂ ਜਿਹੜੇ ਕਿ ਹੱਥੋਂ ਹੱਥੀ ਜਿਹੜੀ ਰਿਪੋਰਟ ਜਿਹੜੀ ਨਾਲ ਹੀ ਰਿਪੋਰਟ ਦੇ ਦੇਣਗੇ। ਲੜਕਾ ਇਹ ਗੱਲ ਸੁਣ ਕੇ ਹੱਸਦਾ ਤੇ ਲੜਕਾ ਕਹਿੰਦਾ ਹੈ ਕਿ ਇੱਥੇ ਇਹੋ ਜਿਹੀ ਕੋਈ ਸਿਸਟਮ ਨਹੀਂ ਹੈ, ਤੈਨੂੰ ਇਹੋ ਜਿਹੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਜਿਹੜੇ ਵੀ ਬਲੱਡ ਟੈਸਟ ਹੁੰਦੇ ਉਹਨਾਂ ਦੀ ਰਿਪੋਰਟ ਆਉਣ ਵਿੱਚ ਜਿਹੜਾ ਕਿ ਟਾਈਮ ਲੱਗਦਾ ਹੈ, ਤੇ ਕੋਰਟ ਕਚਹਿਰੀਆਂ ਵਾਲਾ ਜਿਹੜਾ ਹਿਸਾਬ ਹੈ ਉਹ ਨਹੀਂ ਚੱਲਣਾ। ਦਸੌਂਦਾ ਸਿੰਘ ਬੜਾ ਉਦਾਸ ਪਰੇਸ਼ਾਨ ਹੋ ਜਾਂਦਾ ਹੈ ਕਿ ਉਸਨੂੰ ਲੱਗਦਾ ਹੈ ਕਿ ਉਸਦਾ ਕੰਮ ਹੋ ਸਕਦਾ ਸੀ ਖੰਭ ਲਾ ਕੇ, ਪਰ ਉਹ ਕੀ ਨਹੀਂ ਹੋ ਸਕਿਆ। ਸੋ ਇਹ ਸੀ ਕਹਾਣੀ ਜਿਹੜੀ ਕਿ ਖੰਭ, ਜਿਹੜੀ ਕਿ ਅੱਜ ਦੇ ਸਮੇਂ ਦੇ ਭ੍ਰਿਸ਼ਟਾਚਾਰ ਉੱਤੇ ਇੱਕ ਵਿਅੰਗ ਹੈ ਕਿ ਅੱਜ ਦੇ ਭ੍ਰਿਸ਼ਟਾਚਾਰ ਵਾਲੇ ਸਮੇਂ ਵਿੱਚ ਬਿਨਾਂ ਰਿਸ਼ਵਤ ਦਿੱਤੇ, ਬਿਨਾਂ ਖੰਭ ਲਾਏ ਜਿਹੜਾ ਕਿ ਕੋਈ ਵੀ ਕੰਮ ਨਹੀਂ ਹੋ ਸਕਦਾ। ਸੋ ਇਸ ਦੇ ਜਿਹੜੇ ਕਿ ਮੁੱਖ ਜਿਹੜੇ ਕੁਐਸਚਨ ਹੈ ਉਹ ਹੀ ਆ ਸਕਦੇ ਸਨ ਕਿ ਦਸੌਂਦਾ ਸਿੰਘ ਨੂੰ ਕਚਹਿਰੀ ਜਾਣ ਦੀ ਲੋੜ ਕਿਉਂ ਪਈ, ਕਿਉਂਕਿ ਉਸਦੇ 2 ਭਰਾਵਾਂ ਨੇ ਉਸਦੇ ਹਿੱਸੇ ਦੀ ਜ਼ਮੀਨ ਉੱਤੇ ਕਬਜ਼ਾ ਕਰ ਲਿਆ ਸੀ, ਇਸ ਕਰਕੇ। ਦੂਸਰਾ ਹੈ ਕਿ ਦਸੌਂਦਾ ਸਿੰਘ ਨੂੰ ਕਿਉਂ ਨਹੀਂ ਪਤਾ ਸੀ ਕਿ ਜਿਹੜੇ ਕਿ ਖੰਭ ਲਾਉਣੇ ਜ਼ਰੂਰੀ ਹਨ, ਕਿਉਂਕਿ ਉਹ ਵਿਚਾਰਾ ਭੋਲਾ ਪਿੰਡ ਦਾ ਇਨਸਾਨ ਸੀ, ਉਸਦਾ ਇਹੋ ਜਿਹੇ ਕੰਮਾਂ ਨਾਲ ਕਦੀ ਵਾਸਤਾ ਨਹੀਂ ਪਿਆ ਸੀ, ਇਸ ਲਈ ਉਸਨੂੰ ਨਹੀਂ ਪਤਾ ਸੀ।
ਤੀਸਰਾ ਹੈ ਖੰਭ ਕਹਾਣੀ ਦੇ ਮੁੱਖ ਪਾਤਰ ਕਿਹੜੇ ਹਨ? ਦਸੌਂਦਾ ਸਿੰਘ ਹੈ, ਉਸਦੇ ਭਰਾ ਹਨ। ਅਰਦਲੀ ਜਿਹੜਾ ਚਪੜਾਸੀ ਹੈ, ਇੱਕ ਉਹ ਬਾਬੂ ਹੈ। ਪੰਡਿਤ ਸੀਤਾਰਾਮ ਹੈ, ਉਸਦਾ ਬੇਟਾ ਹੈ, ਔਰ ਕੁਝ ਹੋਰ ਵਿਅਕਤੀ ਹਨ। ਅਰਦਲੀ ਯਾਨੀ ਕਿ ਚਪੜਾਸੀ ਦਾ ਕਾਗਜ਼ਾਂ ਨੂੰ ਖੰਭ ਲਾਉਣ ਤੋਂ ਕੀ ਭਾਵ ਸੀ ਕਿ ਦਫ਼ਤਰ ਵਿੱਚ ਰਿਸ਼ਵਤ ਦਿੱਤੇ ਬਿਨਾਂ ਜਿਹੜਾ ਕਿ ਕੰਮ ਜਿਹੜਾ ਵਾ ਤੇਜ਼ੀ ਨਾਲ ਜਿਹੜੀ ਫਾਈਲ ਅੱਗੇ ਨਹੀਂ ਜਾਏਗੀ। ਸੋ ਖੰਭ ਕਹਾਣੀ ਵਿੱਚ ਖੰਭ ਕਿਸ ਚੀਜ਼ ਦਾ ਚਿੰਨ੍ਹ ਹੈ? ਰਿਸ਼ਵਤ ਦਾ, ਜਾਂ ਕਹਿ ਸਕਦੇ ਹੋ ਭ੍ਰਿਸ਼ਟਾਚਾਰ ਦਾ ਜਿਹੜਾ ਕਿ ਚਿੰਨ੍ਹ ਹੈ। ਸੋ ਇਹ ਸੀ ਕਹਾਣੀ ਖੰਭ। ਉਮੀਦ ਕਰ ਰਹੀ ਹੈ ਚੰਗੀ ਤਰ੍ਹਾਂ ਸਮਝ ਆ ਗਈ ਹੋਏਗੀ, ਪਰ ਫਿਰ ਵੀ ਜੇ ਕੋਈ ਚੀਜ਼ ਰਹੇਗੀ ਕਮੈਂਟ ਬਾਕਸ ਵਿੱਚ ਲਿਖ ਦਿਓ, ਮੈਂ ਉਸਨੂੰ ਹੱਲ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗੀ। ਧੰਨਵਾਦ।